Good morning, students. Welcome to the online class. In the last topic, we revised about the basic concept of demand, that is individual demand and market demand. Now, moving to the next topic. Today's our topic is law of demand. Law of demand. First, we should know the meaning of law. Law is anything which is universally applicable. ਜਿਹੜੀ ਚੀਜ਼ ਯੂਨੀਵਰਸਲੀ ਐਪਲੀਕੇਬਲ ਹੋ ਜਾਂਦੀ ਹੈ ਡੈਟ ਇਜ਼ ਕੰਸੀਡਰਡ ਐਜ਼ ਲਾਅ। ਹੁਣ ਲਾਅ ਆਫ ਡਿਮਾਂਡ ਮਤਲਬ ਇੱਕ ਇਹੋ ਜਿਹਾ ਡਿਮਾਂਡ ਦਾ ਲਾਅ ਜਿਹੜਾ ਯੂਨੀਵਰਸਲੀ ਐਪਲੀਕੇਬਲ ਹੈਗਾ ਵੈਦਰ ਵੀ ਆਰ ਲਿਵਿੰਗ ਇਨ ਡਿਵੈਲਪਡ ਕੰਟਰੀਜ਼ ਔਰ ਇਨ ਡਿਵੈਲਪਿੰਗ ਕੰਟਰੀਜ਼। ਇਹਦੀ ਐਗਜ਼ਾਮਪਲ ਪਹਿਲਾਂ ਅਸੀਂ ਸਮਝਨੇ ਆ ਲਾਅ ਆਫ ਡਿਮਾਂਡ ਕਹਿਣਾ ਕੀ ਚਾਹੁੰਦਾ ਹੈ। ਐਜ਼ ਵੀ ਨੋ ਡੈਟ ਫਰੈਸ਼ ਅਰਾਈਵਲਸ ਆਰ ਵੈਰੀ ਐਕਸਪੈਂਸਿਵ, ਬਟ ਜਦੋਂ ਡਿਸਕਾਊਂਟਸ ਲੱਗ ਜਾਂਦੇ ਉਹਨਾਂ ਦਾ ਪ੍ਰਾਈਸ ਘੱਟ ਜਾਂਦਾ ਹੈ। ਬਟ ਡਿਸਕਾਊਂਟਸ 'ਤੇ ਕੀ ਅਸੀਂ ਕਰਦੇ ਹਾਂ, ਜਦੋਂ ਫਰੈਸ਼ ਅਰਾਈਵਲਸ ਹੁੰਦੇ ਆ ਅਸੀਂ ਸਾਡੀ ਕੁਆਂਟਿਟੀ ਡਿਮਾਂਡਡ ਇੰਨੀ ਜ਼ਿਆਦਾ ਨਹੀਂ ਹੁੰਦੀ, ਬਟ ਜਦੋਂ ਡਿਸਕਾਊਂਟਸ ਲੱਗ ਜਾਂਦੇ ਹੈਗੇ ਨੇ ਸਾਡੀ ਕੁਆਂਟਿਟੀ ਡਿਮਾਂਡਡ ਕੀ ਹੋ ਜਾਂਦੀ, ਇਨਕਰੀਜ਼ ਹੋ ਜਾਂਦੀ। ਮਤਲਬ ਜਦੋਂ ਪ੍ਰਾਈਜ਼ ਰਾਈਜ਼ ਹੁੰਦਾ ਉਦੋਂ ਅਸੀਂ ਕੁਆਂਟਿਟੀ ਡਿਮਾਂਡਡ ਸਾਡੀ ਘੱਟ ਜਾਂਦੀ ਹੈ, ਬਟ ਜਦੋਂ ਪ੍ਰਾਈਜ਼ ਫਾਲ ਹੋ ਜਾਂਦਾ ਉਦੋਂ ਸਾਡੀ ਕੁਆਂਟਿਟੀ ਡਿਮਾਂਡਡ ਕੀ ਹੋ ਜਾਂਦੀ, ਇਨਕਰੀਜ਼ ਹੋ ਜਾਂਦੀ। ਸੋ ਦਿਸ ਇਜ਼ ਦ ਯੂਨੀਵਰਸਲ ਲਾਅ ਆਫ ਡਿਮਾਂਡ। ਪਹਿਲਾਂ ਅਸੀਂ ਸਟੇਟਮੈਂਟ ਕਰਨੇ ਆ law of demand कहता की है। According to the law, other things remaining constant, there is a inverse relation between price and quantity demanded। other things remaining constant ਦਾ ਮਤਲਬ ਬਾਕੀ ਸਾਰੀਆਂ ਚੀਜ਼ਾਂ ਸੇਮ ਰਹਿਣ, ਠੀਕ ਹੈ, ਉਦੋਂ ਅਸੀਂ ਦੇਖਦੇ ਹਾਂ ਕਿ ਪ੍ਰਾਈਸ ਤੇ ਕੁਆਂਟਿਟੀ ਡਿਮਾਂਡਡ ਦਾ ਇਨਵਰਸ ਰਿਲੇਸ਼ਨ ਹੈ। ਹੁਣ ਦੇਖੋ ਇਹ ਹੁੰਦਾ ਹੈ ਸਾਡਾ ਇਨਵਰਸ ਰਿਲੇਸ਼ਨ। ਇਨਵਰਸ ਰਿਲੇਸ਼ਨ ਮਤਲਬ ਦੋਨਾਂ ਦੀਆਂ ਐਰੋਜ਼ ਆਪੋਜ਼ਿਟ ਚੱਲ ਰਹੀਆਂ। प्राइस राइज हो रहा है, क्वांटिटी डिमांडेड फॉल हो रही है, प्राइस फॉल हो रहा है, क्वांटिटी डिमांडेड इंक्रीज हो रही है। डैट मीन्स दे आर मूविंग इन ऑपोजिट डायरेक्शन। सो दिस वट वी कॉल इनवर्स रिलेशन। ਇਹ ਸਾਨੂੰ ਕਲੀਅਰ ਹੋ ਗਿਆ ਕਿ ਪ੍ਰਾਈਸ ਤੇ ਕੁਆਂਟਿਟੀ ਡਿਮਾਂਡਡ ਦਾ ਇਨਵਰਸ ਰਿਲੇਸ਼ਨ ਹੈ। ਜਦੋਂ ਕੋਈ ਚੀਜ਼ ਮਹਿੰਗੀ ਹੋ ਜਾਂਦੀ ਹੈ ਅਸੀਂ ਉਹਦੀ ਕੁਆਂਟਿਟੀ ਡਿਮਾਂਡਡ ਘਟਾ ਦਿੰਦੇ ਹਾਂ, ਬਟ ਇਨ ਦਾ ਸੇਮ ਮੈਨਰ ਜਦੋਂ ਉਹਦਾ ਪ੍ਰਾਈਸ ਘਟ ਜਾਂਦਾ ਅਸੀਂ ਉਹਦੀ ਕੁਆਂਟਿਟੀ ਡਿਮਾਂਡਡ ਕੀ ਕਰ ਦਿੰਦੇ ਹਾਂ, ਇਨਕਰੀਜ਼ ਕਰ ਦਿੰਦੇ ਹਾਂ। ਸੋ ਇਹ ਲਾਈਨ ਸਾਨੂੰ ਅੰਡਰਸਟੈਂਡ ਹੋ ਗਈ ਦੈਟ ਦੇਅਰ ਇਜ਼ ਅ ਇਨਵਰਸ ਰਿਲੇਸ਼ਨ ਬਿਟਵੀਨ ਪ੍ਰਾਈਸ ਐਂਡ ਕੁਆਂਟਿਟੀ ਡਿਮਾਂਡਡ। ਬਟ ਸਭ ਤੋਂ ਇੰਪੋਰਟੈਂਟ ਚੀਜ਼ ਵਿਦਾਊਟ ਵਿਚ ਦਿਸ ਮੀਨਿੰਗ ਇਜ਼ ਨਾਟ ਪ੍ਰੋਪਰ ਕਲੀਅਰ, ਦੈਟ ਇਜ਼ ਅਦਰ ਥਿੰਗਸ ਰਿਮੇਨਿੰਗ ਕੌਨਸਟੈਂਟ। ਅਦਰ ਥਿੰਗਸ ਰਿਮੇਨਿੰਗ ਕੌਨਸਟੈਂਟ ਦਾ ਮਤਲਬ ਬਾਕੀ ਸਾਰੀਆਂ ਜਿਹੜੀਆਂ ਸਿਚੁਏਸ਼ਨਸ ਹੈਗੀਆਂ ਤੁਹਾਡੀਆਂ ਸੇਮ ਹੋਣੀਆਂ ਚਾਹੀਦੀਆਂ। ਐਗਜ਼ਾਮਪਲ ਮੈਂ ਦੱਸਦੀ ਹਾਂ, ਲੈਟ ਸਪੋਜ਼ ਹੁਣ ਅੱਜ ਕੱਲ੍ਹ ਕੋਵਿਡ ਚੱਲਦਾ ਪਿਆ, ਠੀਕ ਹੈ, ਇਨਕਮ ਦੇ ਸੋਰਸਿਸ ਸਾਰਿਆਂ ਦੇ ਘੱਟ ਚੁੱਕੇ ਹੈਗੇ ਨੇ, ਠੀਕ ਹੈ, ਅਤੇ ਹੁਣ ਜੇ ਮੌਲਸ ਵਾਲੇ ਸੇਲਸ ਲਗਾਉਣ ਕੀ ਤੁਸੀਂ ਜਾ ਕੇ ਪਰਚੇਜ਼ਿੰਗ ਕਰੋਗੇ, ਕਿਉਂਕਿ ਅਦਰ ਥਿੰਗਸ ਰਿਮੇਨਿੰਗ ਕੌਨਸਟੈਂਟ ਹੁਣ ਨਹੀਂ ਚੱਲਦਾ ਪਿਆ। ਸੋ ਅਦਰ ਥਿੰਗ ਰਿਮੇਨਿੰਗ ਕੌਨਸਟੈਂਟ ਮਤਲਬ ਤੁਹਾਡੀ ਇਨਕਮ ਦੇ ਉੱਪਰ ਕੋਈ ਫਰਕ ਨਹੀਂ ਪਿਆ ਹੈਗਾ, ਤੁਹਾਡੇ ਟੇਸਟ ਐਂਡ ਪ੍ਰੈਫਰੈਂਸਿਸ ਦੇ ਉੱਪਰ ਕੋਈ ਫਰਕ ਨਹੀਂ ਪਿਆ। ਹੁਣ ਤੁਸੀਂ ਸੇਲ ਲਗਾਓਗੇ, ਹੁਣ ਤੁਸੀਂ ਕਿਸੇ ਚੀਜ਼ ਦਾ ਪ੍ਰਾਈਸ ਘਟਾਓਗੇ, ਹੁਣ ਲੋਕੀ ਜ਼ਰੂਰ ਖਰੀਦਣ ਆਉਣਗੇ। ਸੋ ਅਦਰ ਥਿੰਗਸ ਰਿਮੇਨਿੰਗ ਕੌਨਸਟੈਂਟ ਜੇ ਤੁਸੀਂ ਨਹੀਂ ਲਿਖਦੇ ਹੋ ਲਾਅ ਆਫ ਡਿਮਾਂਡ ਦੇ ਵਿੱਚ, ਦੈਨ ਯੋਰ ਕੁਐਸਚਨ ਯੋਰ ਆਂਸਰ ਇਜ਼ ਟੋਟਲੀ ਰੋਂਗ। ਸੋ ਬੇਸਿਕ ਕੰਡੀਸ਼ਨ ਵਿਦਾਊਟ this law is incomplete, that is other things remaining constant। so according to the law, other things remaining constant, there is inverse relation between price and quantity demanded। in other words ਅਸੀਂ ਕੀ ਕਹਿ ਸਕਦੇ ਹਾਂ, with the rise in price quantity demanded decreases, with the fall in price quantity demanded increases। this is what we call the law of demand। फिर तो देखो according to the law of demand, other things remaining constant, there is inverse relation between price and quantity demanded। that means with the rise in price, ਜਦੋਂ price rise ਹੋਏਗਾ quantity demanded decrease ਹੋ ਜਾਏਗੀ, and with fall in price quantity demanded increases। but the basic thing for this is other things remaining constant। ਹੁਣ ਅਸੀਂ schedule ਦੇ law of demand ਦੇ schedule ਕਰਨੇ ਆ। ਜਿਵੇਂ ਦੇਖੋ ਇੱਥੇ ਪ੍ਰਾਈਸ ਕੀ ਹੋ ਰਿਹਾ, ਰਾਈਜ਼ ਹੋ ਰਿਹਾ 1 2 3 4, ਕੁਆਂਟਿਟੀ ਡਿਮਾਂਡਡ ਕੀ ਹੋ ਰਹੀ ਹੈ, ਡਿਕਰੀਜ਼ ਹੋ ਰਹੀ 4 3 2 1 ਯੂਨਿਟਸ। ਇਹਦਾ ਮਤਲਬ ਪ੍ਰਾਈਸ ਇੱਥੇ ਕੀ ਹੋ ਰਿਹਾ, ਰਾਈਜ਼ ਹੋ ਰਿਹਾ, ਕੁਆਂਟਿਟੀ ਡਿਮਾਂਡਡ ਇੱਥੇ ਕੀ ਹੋ ਰਹੀ ਹੈ, ਫਾਲ ਹੋ ਰਹੀ ਹੈ। ਡੈਟ ਮੀਨਸ ਇਹ ਸਕੇਡਿਊਲ ਕੀ ਸ਼ੋ ਕਰਦਾ ਪਿਆ, ਇਟ ਸ਼ੋਜ਼ ਇਨਵਰਸ ਰਿਲੇਸ਼ਨ। ਆ ਦੇਖੋ ਇਨ ਦਾ ਅਬਵ ਸਕੇਡਿਊਲ ਐਜ਼ ਪ੍ਰਾਈਸ ਰਾਈਜ਼ਸ ਫਰੋਮ ₹1 to ₹3, quantity demanded decreases from 4 units to 2 units। so it shows inverse relation between price and quantity demanded। in the same manner ਜੇ ਸਾਨੂੰ ਕਹਿਣਗੇ law of demand explain ਕਰੋ with the help of diagram,
On y-axis we take price, on x-axis we take quantity in units. Now inverse relation ਜਿਹੜਾ ਹੈਗਾ ਉਹ ਚੀਜ਼ ਕਿਹਦੇ ਨਾਲ ਅਸੀਂ ਡਿਮਾਂਡ ਦੇ ਵਿੱਚ ਅਸੀਂ ਜਦੋਂ ਲਾਸਟ ਲੈਕਚਰ ਦੇ ਵਿੱਚ ਅਸੀਂ ਕੀਤਾ ਸੀ ਕਿ dd ਕੀ ਕਰਦਾ ਹੈ, ਸਲੋਪ ਕੀ ਕਰਦਾ ਹੈ, ਡਾਊਨਵਰਡ ਸਲੋਪ ਕਰਦਾ ਹੈ। ਡਾਊਨਵਰਡ ਸਲੋਪਿੰਗ ਇਟਸੈਲਫ ਕੀ ਸ਼ੋ ਕਰਦੀ ਹੈ, ਇਨਵਰਸ ਰਿਲੇਸ਼ਨ ਸ਼ੋ ਕਰਦੀ ਹੈ ਕਿ ਐਜ਼ ਦਾ ਪ੍ਰਾਈਜ਼ ਫॉल्स, ਦੇਖੋ ਪ੍ਰਾਈਜ਼ ਜਿਵੇਂ ਜਿਵੇਂ ਘਟਦਾ ਪਿਆ ਹੈ quantity demanded ਕੀ ਹੋ ਰਹੀ ਹੈ, increase ਹੋ ਰਹੀ ਹੈ। So dd demand curve shows inverse relation between price and quantity demanded। ਹੁਣ ਜਿਹੜਾ ਅਸੀਂ ਉੱਪਰ ਕੀਤਾ ਸੀ other things remaining constant, other things remaining constant ਦਾ ਆਪਾਂ ਥੱਲੇ meaning ਕਰਨ ਜਾ ਰਹੇ ਹਾਂ। what does it means, what conditions it includes, ਇਹਨੂੰ ਅਸੀਂ assumptions ਵੀ ਕਹਿੰਦੇ ਹਾਂ ਕਿਉਂਕਿ ਇਹ ਅਸੀਂ ਜਿੰਨੀ ਦੇਰ ਤੱਕ ਅਸੀਂ ਆਹ ਕੰਡੀਸ਼ਨ ਨਹੀਂ ਮੰਨਾਂਗੇ ਉਨੀ ਦੇਰ ਤੱਕ ਲਾਅ ਆਫ ਡਿਮਾਂਡ ਜਿਹੜਾ ਹੈਗਾ ਉਹ ਐਪਲੀਕੇਬਲ ਨਹੀਂ ਹੈ। ਸੋ ਅਜ਼ੰਪਸ਼ਨਸ ਆਫ ਲਾਅ ਆਫ ਡਿਮਾਂਡ ਕੈਨ ਜਾਂ ਅਦਰ ਥਿੰਗਸ ਰਿਮੇਨਿੰਗ ਕੌਨਸਟੈਂਟ ਦਾ ਮੀਨਿੰਗ ਪੁੱਛ ਲੈਣ। ਉਹਦੇ ਵਿੱਚ ਅਸੀਂ ਫਸਟ ਚੀਜ਼ ਕੀ ਕਹੀ ਹੈ, ਦੇਰ ਇਜ਼ ਨੋ ਚੇਂਜ ਇਨ ਇਨਕਮ ਆਫ ਦ ਕੰਜ਼ਿਊਮਰ, ਕਿ ਕੰਜ਼ਿਊਮਰ ਦੀ ਇਨਕਮ 'ਚ ਕੋਈ ਫਰਕ ਨਹੀਂ ਪੈਣਾ ਚਾਹੀਦਾ, ਜਿੰਨੀ ਪਹਿਲਾਂ ਸੀ ਉਨੀ ਰਹਿਣੀ ਚਾਹੀਦੀ ਹੈ। ਦੇਰ ਇਜ਼ ਨੋ ਚੇਂਜ ਇਨ ਟੇਸਟ ਐਂਡ ਪ੍ਰੈਫਰੈਂਸਿਸ ਆਫ ਅ ਬਾਇਰ, ਜਿਹੜਾ ਬਾਇਰ ਉਹਦੀ ਟੇਸਟ ਐਂਡ ਪ੍ਰੈਫਰੈਂਸਿਸ ਕੋ ਮੈਮ ਟੇਸਟ ਐਂਡ ਪ੍ਰੈਫਰੈਂਸਿਸ ਕਿਉਂ, ਵੈਨ ਐਵਰ ਯੋਰ ਟੇਸਟ ਐਂਡ ਪ੍ਰੈਫਰੈਂਸਿਸ ਚੇਂਜ, ਤੁਸੀਂ ਇਹ ਵਾਲਾ ਬ੍ਰਾਂਡ ਨਹੀਂ ਹੁਣ ਤੁਸੀਂ ਯੂ ਵਾਂਟ ਟੂ ਮੂਵ ਟੂ ਦ ਅਦਰ ਬ੍ਰਾਂਡ, ਉਦੋਂ ਲਾਅ ਆਫ ਡਿਮਾਂਡ ਜਿਹੜਾ ਹੈਗਾ ਉਹ ਐਪਲੀਕੇਬਲ ਨਹੀਂ ਹੋਏਗਾ। ਠੀਕ ਹੈ, ਟੇਸਟ ਐਂਡ ਪ੍ਰੈਫਰੈਂਸਿਸ ਜੋ ਤੁਹਾਡੀਆਂ ਚਲਦੀਆਂ ਆ ਰਹੀਆਂ ਉਹੀ ਚਲਦੀਆਂ ਰਹਿਣੀਆਂ ਚਾਹੀਦੀਆਂ। ਸਭ ਤੋਂ ਇੰਪੋਰਟੈਂਟ, ਦੇਰ ਇਜ਼ ਨੋ ਚੇਂਜ ਇਨ ਪ੍ਰਾਈਜ਼ ਆਫ ਰਿਲੇਟਿਡ ਗੁੱਡਸ, ਰਿਲੇਟਿਡ ਗੁੱਡਸ ਦਾ ਪ੍ਰਾਈਸ ਜਿਹੜਾ ਉਹ ਚੇਂਜ ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਜਿਹੜੀਆਂ ਚੀਜ਼ਾਂ ਜਿਵੇਂ ਲੈਟ ਸਪੋਜ਼ ਯੂ ਗੋ ਐਂਡ ਯੂ ਆਰ ਬਾਇੰਗ ਅ ਜੀਨਸ, ਜੀਨਸ ਜਾਂ ਰਿਲੇਟਿਡ ਗੁੱਡਸ ਕੀ ਹੋਏਗੀ, ਅਦਰ ਬ੍ਰਾਂਡ ਦੀ ਜੀਨਸ, ਜਾਂ ਉਹਦੇ ਨਾਲ ਤੁਸੀਂ ਟੀ ਸ਼ਰਟ ਪਾ ਰਹੇ ਹੋ, ਟੀ ਸ਼ਰਟ ਦਾ ਅਤੇ ਅਦਰ ਬ੍ਰਾਂਡ ਦੀ ਜਿਹੜੀ ਜੀਨਸ ਹੈਗੀ ਉਹਦੇ ਪ੍ਰਾਈਸ 'ਤੇ ਕੋਈ ਫਰਕ ਨਹੀਂ ਹੋਏਗੀ। ਫਿਰ ਅਸੀਂ ਤੁਹਾਡੇ ਪ੍ਰਾਈਸ ਜਿਹੜਾ ਤੁਸੀਂ ਬ੍ਰਾਂਡ ਯੂਜ਼ ਕਰਦੇ ਜਿਹਦੀ ਤੁਹਾਡੀ ਟੇਸਟ ਐਂਡ ਪ੍ਰੈਫਰੈਂਸਿਸ ਸੇਮ ਹੈਗੀਆਂ, ਫਿਰ ਅਸੀਂ ਕੀ ਐਪਲੀਕੇਬਲ ਕੀ ਲਾਅ ਹੋਏਗਾ, ਲਾਅ ਆਫ ਡਿਮਾਂਡ ਹੋਏਗਾ। ਫਿਰ ਤੋਂ ਦੇਖੋ ਅਜ਼ੰਪਸ਼ਨਸ ਦੇ ਵਿੱਚ ਕੀ ਆਏਗਾ, ਦੇਅਰ ਇਜ਼ ਨੋ ਚੇਂਜ ਇਨ ਇਨਕਮ ਆਫ ਦ ਕੰਜ਼ਿਊਮਰ, ਦੇਅਰ ਇਜ਼ ਨੋ ਚੇਂਜ ਇਨ ਟੇਸਟ ਐਂਡ ਪ੍ਰੈਫਰੈਂਸਿਸ ਐਂਡ ਦੇਅਰ ਇਜ਼ ਨੋ ਚੇਂਜ ਇਨ ਪ੍ਰਾਈਸ ਆਫ ਰਿਲੇਟਿਡ ਗੁੱਡਸ। Now moving to the next topic is the exceptions to the law of demand। ਹੁਣ ਦੇਖੋ ਐਕਸੈਪਸ਼ਨਸ ਮਤਲਬ ਇਹਨੂੰ ਛੱਡ ਕੇ ਲਾਅ ਆਫ ਡਿਮਾਂਡ ਜਿਹੜਾ ਹੈਗਾ ਉਹਨੂੰ ਅਸੀਂ ਕਿਹੜੀਆਂ ਥਾਵਾਂ ਦੇ ਉੱਪਰ ਐਪਲੀਕੇਬਲ ਨਹੀਂ ਹੈ। ਐਪਲੀਕੇਬਲ ਨਾ ਹੋਣ ਦਾ ਮਤਲਬ ਕੀ ਹੋਏਗਾ, ਜਨਰਲੀ ਵਟ ਇਜ਼ ਦ ਸਲੋਪ ਆਫ ਡਿਮਾਂਡ ਕਰਵ, ਸਲੋਪ ਆਫ ਡਿਮਾਂਡ ਕਰਵ ਕੀ ਹੁੰਦੀ ਹੈ, ਡੈਟ ਇਜ਼ ਇਟ ਇਜ਼ ਡਾਊਨਵਰਡ ਸਲੋਪਿੰਗ ਕਰਵ। ਹੁਣ ਐਕਸੈਪਸ਼ਨਸ ਦਾ ਮਤਲਬ ਹੈਗਾ ਕਿਹੜੀਆਂ ਸਿਚੁਏਸ਼ਨਸ ਦੇ ਵਿੱਚ ਡਾਊਨਵਰਡ ਸਲੋਪਿੰਗ ਨਹੀਂ, ਕਿਹੜੀਆਂ ਸਿਚੁਏਸ਼ਨਸ ਦੇ ਵਿੱਚ ਡਿਮਾਂਡ ਕਰਵ ਅਪਵਰਡ ਸਲੋਪਿੰਗ ਹੈ। ਅਪਵਰਡ ਸਲੋਪਿੰਗ ਮਤਲਬ ਕਿ ਜਿਵੇਂ ਜਿਵੇਂ ਪ੍ਰਾਈਜ਼ ਰਾਈਜ਼ ਹੋਏਗਾ ਉਵੇਂ ਉਵੇਂ ਕੁਆਂਟਿਟੀ ਕੀ ਹੋ ਰਹੀ ਹੈ, ਇਨਕਰੀਜ਼ ਹੋ ਰਹੀ ਹੈ। ਇਹੋ ਜਿਹੇ ਕਿਹੜੇ ਕੇਸਿਸ ਨੇ ਜਿੱਥੇ ਪ੍ਰਾਈਜ਼ ਵਧਣ ਤੇ ਉਹਨਾਂ ਦੀ ਗੁੱਡਸ ਦੀ ਡਿਮਾਂਡ ਵੱਧਦੀ ਪਈ, ਅਸੀਂ ਉਹਨਾਂ ਦੀ ਗੱਲ ਕਰਦੇ ਪਏ, ਦੈਟ ਆਰ ਐਕਸੈਪਸ਼ਨਸ ਟੂ ਦ ਲਾਅ ਆਫ ਡਿਮਾਂਡ। ਹੁਣ ਦੇਖੋ ਐਕਸੈਪਸ਼ਨਸ ਟੂ ਦ ਲਾਅ ਆਫ ਡਿਮਾਂਡ, ਜਨਰਲੀ ਲਾਅ ਆਫ ਡਿਮਾਂਡ ਸ਼ੋਜ਼ ਇਨਵਰਸ ਰਿਲੇਸ਼ਨ ਬਿਟਵੀਨ ਜਨਰਲੀ ਉਹਦਾ ਕੀ ਰਿਲੇਸ਼ਨ ਹੁੰਦਾ, ਇਨਵਰਸ। ਬਟ ਇਨ ਸਰਟਨ ਕੇਸਿਸ ਲਾਅ ਆਫ ਡਿਮਾਂਡ ਇਜ਼ ਨਾਟ ਐਪਲੀਕੇਬਲ, ਕੁਛ ਚੀਜ਼ਾਂ ਦੇ ਉੱਪਰ ਲਾਅ ਆਫ ਡਿਮਾਂਡ ਐਪਲੀਕੇਬਲ ਨਹੀਂ ਹੁੰਦਾ। ਮਤਲਬ ਕੁਛ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਪ੍ਰਾਈਜ਼ ਵਧਣ ਦੇ ਨਾਲ ਉਹਨਾਂ ਦੀ ਡਿਮਾਂਡ ਕੀ ਹੋ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਹੈ। ਇਹਦੇ ਵਿੱਚ ਫਸਟ ਕੈਟਾਗਰੀ ਕਿਹੜੀ ਆਉਂਦੀ ਹੈ, ਗਿਫਨ ਗੁੱਡਸ ਆਉਂਦੇ ਨੇ। ਗਿਫਨ ਗੁੱਡਸ ਹਾਈਲੀ ਇਨਫੀਰੀਅਰ ਗੁੱਡਸ ਹੈ, ਬਹੁਤ ਘਟੀਆ ਗੁੱਡਸ ਦੇ ਵਿੱਚ, ਮਤਲਬ ਇਨਫੀਰੀਅਰ ਗੁੱਡਸ ਆਰ ਵਿਚ ਆਰ ਇਨਫੀਰੀਅਰ ਇਨ ਕੁਆਲਿਟੀ, ਬਟ ਇਹ ਹਾਈਲੀ ਇਨਫੀਰੀਅਰ ਗੁੱਡਸ ਹੈਗੇ ਨੇ। ਬਟ ਇਹਨਾਂ ਦੀ ਡਿਮਾਂਡ ਉਦੋਂ ਵੱਧਦੀ ਹੈ ਜਦੋਂ ਉਹਨਾਂ ਦਾ ਪ੍ਰਾਈਸ ਕੀ ਹੋ ਜਾਂਦਾ, ਇਨਕਰੀਜ਼ ਹੋ ਜਾਂਦਾ। ਦੇਖੋ ਜਦੋਂ ਪ੍ਰਾਈਸ ਇਨਕਰੀਜ਼ ਹੋਇਆ ਲੋਕਾਂ ਨੂੰ ਲੱਗੇਗਾ ਕਿ ਬਹੁਤ ਅੱਛੀ ਕੁਆਲਿਟੀ ਦੇ ਗੁੱਡਸ ਹੈਗੇ ਨੇ, ਉਦੋਂ ਲੋਕਾਂ ਨੇ ਇਹਨਾਂ ਦੀ ਡਿਮਾਂਡ ਕੀ ਕਰ ਦੇਣੀ ਹੈ, ਇਨਕਰੀਜ਼ ਕਰ ਦੇਣੀ ਹੈ। ਲੈਟ ਸਪੋਜ਼ ਅਸੀਂ ਗੱਲ ਕਰਦੇ ਜਵਾਰ, ਲੋਕੀ ਜਿਹੜੇ ਸੀ ਪਹਿਲਾਂ ਨਹੀਂ ਲੈਂਦੇ ਸੀ, ਬਟ ਜਵਾਰ ਦਾ ਪ੍ਰਾਈਸ ਰਾਈਜ਼ ਹੋ ਗਿਆ ਬਿਕੋਜ਼ ਇਟ ਇਜ਼ ਵੈਰੀ ਗੁੱਡ ਇਨ ਕੋਲੈਸਟਰੋਲ absorbing and all that, ਤੇ ਜਵਾਰ ਕੀ ਹੋ ਗਿਆ, ਮਹਿੰਗਾ ਹੋ ਗਿਆ। ਪਹਿਲੇ ਟਾਈਮ ਦੇ ਵਿੱਚ ਜੇ ਤੁਸੀਂ ਆਪਣੇ ਗ੍ਰੈਂਡ ਪੈਰੈਂਟਸ ਦੇ ਵਿੱਚ ਜਾਂ ਗ੍ਰੇਟ ਗ੍ਰੈਂਡ ਪੈਰੈਂਟਸ ਦੇ ਟਾਈਮ ਤੇ ਜਾਓ ਤੇ ਉਹ ਡੈਟ ਇਜ਼ ਨਾਟ ਅ ਸੁਪੀਰੀਅਰ ਫੂਡ, ਉਹਨੂੰ ਨਹੀਂ ਮੰਨਿਆ ਜਾਂਦਾ ਸੀ। ਠੀਕ ਹੈ, ਬਟ ਨਾਓ ਡੇਜ਼ ਜਵਾਰ ਲੋਕੀ ਬਹੁਤ ਯੂਜ਼ ਕਰ ਰਹੇ, ਬਾਜਰਾ ਬਹੁਤ ਯੂਜ਼ ਕਰ ਰਹੇ ਨੇ। ਸੋ ਗਿਫਨ ਗੁੱਡਸ ਕਿਹੜੇ ਹੁੰਦੇ ਨੇ, ਹਾਈਲੀ ਇਨਫੀਰੀਅਰ ਗੁੱਡਸ ਹੈਗੇ ਨੇ, ਜਿਨ੍ਹਾਂ ਦੀ ਡਿਮਾਂਡ ਉਦੋਂ ਵਧੇਗੀ ਜਦੋਂ ਉਹਨਾਂ ਦਾ ਪ੍ਰਾਈਜ਼ ਰਾਈਜ਼ ਹੋ ਜਾਂਦਾ। ਮਤਲਬ ਪ੍ਰਾਈਜ਼ ਰਾਈਜ਼ ਹੋਇਆ, ਇਹਨਾਂ ਦੀ ਡਿਮਾਂਡ ਇਨਕਰੀਜ਼ ਹੋ ਜਾਏਗੀ, ਬਟ ਇਹ ਹਾਈਲੀ ਇਨਫੀਰੀਅਰ ਗੁੱਡਸ ਹੈਗੇ ਨੇ, ਸੁਪੀਰੀਅਰ ਗੁੱਡਸ ਨਹੀਂ ਹੈਗੇ। नेक्स्ट आ जाओ आर्टिकल्स ऑफ डिस्टिंक्शन। दिस इज़ वेरी मच यू कैन को रिलेट विद दिस एग्जाम्पल। आर्टिकल्स ऑफ डिस्टिंक्शन कुछ ਇਹੋ ਜਿਹਾ ਸਮਾਨ ਹੁੰਦਾ ਜਿਹੜਾ ਸੋਸ਼ਲੀ ਸਾਨੂੰ ਡਿਸਟਿੰਗ ਕਰਦਾ ਹੈਗਾ ਦੂਜੀਆਂ ਚੀਜ਼ਾਂ ਦੇ ਨਾਲੋਂ। ਫੋਰ ਐਗਜ਼ਾਮਪਲ ਤੁਹਾਡੇ ਕੋਲ ਵਿੰਟੇਜ ਕਾਰਸ ਹੈ, ਪੁਰਾਣੀਆਂ ਕਾਰਸ ਹੈਗੀਆਂ, ਠੀਕ ਹੈ, ਯੂ ਆਰ ਹੈਵਿੰਗ ਡਾਇਮੰਡਸ ਵਗੈਰਾ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਸੋਸ਼ਲੀ ਡਿਸਟਿੰਕਟ ਕਰਦੀਆਂ, ਠੀਕ ਹੈ, ਦੁਨੀਆ ਨਾਲੋਂ ਤੁਹਾਨੂੰ ਵੱਖਰੀਆਂ ਕਰਦੀਆਂ, ਉਹਨਾਂ ਦਾ ਪ੍ਰਾਈਸ ਹਮੇਸ਼ਾ ਕੀ ਹੁੰਦਾ ਹੈ, ਜ਼ਿਆਦਾ ਹੁੰਦਾ। ਜਿਵੇਂ ਫੋਰ ਐਗਜ਼ਾਮਪਲ ਜਿਹੜੀ ਬਾਈਕਸ ਦੇ ਵਿੱਚ ਜਿਹੜੀਆਂ ਸੁਪੀਰੀਅਰ ਬਾਈਕਸ ਆਉਣਗੀਆਂ ਉਹਨਾਂ ਦਾ ਪ੍ਰਾਈਸ ਬਹੁਤ ਜ਼ਿਆਦਾ ਹੈ,
तो ਇਹਦਾ मतलब ਉਹਦਾ ਪ੍ਰਾਈਸ ਬਹੁਤ ਜ਼ਿਆਦਾ ਤੇ ਉਹਦੀ ਡਿਮਾਂਡ ਵੀ ਕੀ ਹੋਏਗੀ ਇਨਕਰੀਜ਼ ਹੋ ਜਾਏਗੀ ਸੋ ਉਹਨਾਂ ਦੇ ਉੱਪਰ ਜਿਹੜੀ ਸਾਡੀ ਹਾਰਲੇ ਡੇਵਿਡਸਨ ਬਾਈਕ ਹੈਗੀ ਹੈ ਬਿਕੋਜ਼ ਇਟਸ ਵੈਰੀ ਐਕਸਪੈਂਸਿਵ ਬਾਈਕ ਬਟ ਜਦੋਂ ਉਹ ਜਾਂਦੀ ਹੈ ਤੇ ਆਰਟੀਕਲ ਆਫ ਸੋਸ਼ਲ ਡਿਸਟਿੰਕਸ਼ਨ ਲੱਗਦਾ ਹੈ ਸੋ ਥੀਸ ਆਰ ਦ ਗੁੱਡਸ ਆਫ ਸੋਸ਼ਲ ਡਿਸਟਿੰਕਸ਼ਨ ਵਿਚ ਆਰ ਡਿਮਾਂਡਡ ਮੋਰ ਇਹਨਾਂ ਦੀ ਡਿਮਾਂਡ ਉਦੋਂ ਵੱਧਦੀ ਹੈ ਜਦੋਂ ਉਹਨਾਂ ਦਾ ਪ੍ਰਾਈਸ ਕੀ ਹੋ ਜਾਂਦਾ ਹਾਈ ਹੋ ਜਾਂਦਾ ਜੇ ਇਹਨਾਂ ਦਾ ਪ੍ਰਾਈਸ ਘਟ ਜਾਏਗਾ ਤੇ ਇਹਨਾਂ ਦੀ ਡਿਮਾਂਡ ਨਹੀਂ ਵਧੇਗੀ ਡਿਮਾਂਡ ਉਸੇ ਕੇਸ ਦੇ ਵਿੱਚ ਇਹਨਾਂ ਦੀ ਵੱਧਦੀ ਬਿਕੋਜ਼ ਇਹ ਸੋਸ਼ਲੀ ਡਿਸਟਿੰਕਟ ਕਰ ਦਿੰਦੀਆਂ ਡਿਫਰੈਂਟ ਕਰ ਦਿੰਦੀਆਂ ਤੁਹਾਨੂੰ ਫਰੋਮ ਅਦਰ ਬਾਈਕਸ ਇਫ ਯੂ ਆਰ ਓਨਿੰਗ ਅ ਹਾਰਲੇ ਡੇਵਿਡਸਨ ਸੋ ਇਹਦੇ ਵਿੱਚ ਐਗਜ਼ਾਮਪਲ ਆ ਗਈ ਡਾਇਮੰਡਸ ਆ ਗਏ ਐਂਟੀਕਸ ਆ ਗਏ ਵਿੰਟੇਜ ਕਾਰਸ ਆ ਗਈਆਂ ਐਕਸਪੈਂਸਿਵ ਪੇਂਟਿੰਗਸ ਆ ਗਈਆਂ ਇਹਨਾਂ ਸਾਰਿਆਂ ਦੀ ਡਿਮਾਂਡ ਉਦੋਂ ਵੱਧਦੀ ਜਦੋਂ ਉਹਨਾਂ ਦਾ ਪ੍ਰਾਈਸ ਕੀ ਹੋ ਜਾਂਦਾ ਹਾਈ ਹੋ ਜਾਂਦਾ ਸੋ ਸੈਕਿੰਡ ਕੈਟਾਗਰੀ ਪਹਿਲਾ ਆ ਗਿਆ ਗਿਫਟ ਐਂਡ ਗੁੱਡਸ ਵਿਚ ਆਰ ਹਾਈਲੀ ਇਨਫੀਰੀਅਰ ਗੁੱਡਸ ਸੈਕਿੰਡ ਵਿੱਚ ਆ ਗਿਆ ਆਰਟੀਕਲਸ ਆਫ ਡਿਸਟਿੰਕਸ਼ਨ ਥਰਡ ਇਹਦੇ ਵਿੱਚ ਆ ਗਿਆ ਜਜਮੈਂਟ ਦੀ ਅਸੀਂ ਗੱਲ ਕਰਦੇ ਹਾਂ ਜਜਮੈਂਟ ਦਾ ਮਤਲਬ ਕਿ ਕੁਝ ਲੋਕੀ ਜਿਹੜੇ ਹੈਗੇ ਨੇ ਦੇ ਜੱਜ ਦਾ ਕੁਆਲਿਟੀ ਆਫ ਅ ਗੁੱਡ ਬਾਈ ਇਟਸ ਪ੍ਰਾਈਸ ਉਹ ਕਹਿੰਦੇ ਨਹੀਂ ਇਹ ਤੇ ਦੁਕਾਨ ਤੇ ਮਹਿੰਗਾ ਸਮਾਨ ਮਿਲਦਾ ਹੈਗਾ ਇਹ ਜ਼ਿਆਦਾ ਵਧੀਆ ਹੈਗਾ ਇਸ ਕਰਕੇ ਉਹਦੀ ਡਿਮਾਂਡ ਕੀ ਹੋ ਜਾਂਦੀ ਹੈ ਰਾਈਜ਼ ਹੁੰਦੀ ਸੋ ਸਮ ਦੇਰ ਇਜ਼ ਅ ਕੈਟਾਗਰੀ ਆਫ ਸਮ ਕੰਜ਼ਿਊਮਰਸ ਦੇ ਜੱਜ ਦਾ ਕੁਆਲਿਟੀ ਆਫ ਅ ਗੁੱਡਸ ਦਾ ਡਿਮਾਂਡ ਆਫ ਅ ਗੁੱਡ ਉਹਨਾਂ ਦੀ ਕਿਹਦੇ ਉੱਪਰ ਡਿਪੈਂਡ ਕਰਦੀ ਹੈ ਪ੍ਰਾਈਸ ਦੇ ਉੱਪਰ ਡਿਪੈਂਡ ਕਰਦੀ ਹੈ ਡੈਟ ਮੀਨਸ ਉਹ ਚੀਜ਼ ਜਿਵੇਂ ਜਿਵੇਂ ਮਹਿੰਗੀ ਹੁੰਦੀ ਜਾਏਗੀ ਉਹਦੀ ਕੁਆਂਟੀਟੀ ਡਿਮਾਂਡਡ ਵੀ ਕੀ ਹੋ ਜਾਏਗੀ ਇਨਕਰੀਜ਼ ਹੋ ਜਾਏਗੀ ਸੋ ਦੇਰ ਆਰ ਸਮ ਕੰਜ਼ਿਊਮਰਸ ਹੂ ਜੱਜ ਕੁਆਲਿਟੀ ਆਫ ਅ ਗੁੱਡ ਬਾਈ ਇਟਸ ਪ੍ਰਾਈਸ ਸੋ ਇਨ ਦੈਟ ਕੇਸ ਦਾ ਡਿਮਾਂਡ ਆਫ ਅ ਗੁੱਡ ਇਨਕਰੀਜ਼ਸ ਵਿਦ ਰਾਈਜ਼ ਇਨ ਇਟਸ ਪ੍ਰਾਈਸ ਮਤਲਬ ਉਹ ਸੋਚਦੇ ਨੇ ਇਸ ਦੁਕਾਨ ਤੇ ਮਹਿੰਗੀ ਟੀ-ਸ਼ਰਟ ਹੈਗੀ ਹੈ ਇਸ ਕਰਕੇ ਵਧੀਆ ਕੁਆਲਿਟੀ ਦੀ ਹੈ ਇਸ ਕਰਕੇ ਉਹ ਖਰੀਦਦੇ ਹੈਗੇ ਨੇ ਸੇਮ ਟੀ-ਸ਼ਰਟ ਉਹਨਾਂ ਨੂੰ ਜੇ ਉਹਨਾਂ ਨੂੰ ਲੈਸ ਰੇਟ ਤੇ ਮਿਲੇਗੀ ਉਹ ਕਹਿਣਗੇ ਨਹੀਂ ਦਿਸ ਇਜ਼ ਨਾਟ ਆਫ ਦ ਸੇਮ ਕੁਆਲਿਟੀ ਸੋ ਉਹ ਨਹੀਂ ਖਰੀਦਣਗੇ ਸੋ ਦੇਰ ਆਰ certain consumers in the market there is a group of certain consumers in the market who judge their demand only by its price if the price of a product is high their demand for that product increases so exceptions to the law of demands की आ गए gift and goods आ गए articles of distinction आ गए judgment आ गए ठीक है थैंक यू